एवरीवन सत श्री अकाल सारिਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ ਅੱਜ ਆਪਾਂ ਕਰਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 7ਵੀਂ ਕਲਾਸ ਦੀ ਇੰਗਲਿਸ਼ ਦੀ ਬੁੱਕ ਮਾਈ ਇੰਗਲਿਸ਼ ਕੰਪੈਨੀਅਨ ਤੇ ਉਹਦਾ ਆਖਰੀ ਚੈਪਟਰ ਲੈਸਨ 12 ਹਾਚੀਕੋ the world's most loyal dog ਹਾਚੀਕੋ ਦੁਨੀਆ ਦਾ ਸਭ ਤੋਂ ਵਫਾਦਾਰ ਕੁੱਤਾ ਹੈ ਉਸਦੀ ਕਹਾਣੀ ਹੈਗੀ ਹੈ ਇਹ ਕਹਾਣੀ ਜਾਪਾਨ ਦੇ ਵਿੱਚ ਇੱਕ ਕੁੱਤੇ ਦੀ ਹੈਗੀ ਹੈ ਚਲੋ ਇਸ ਕਹਾਣੀ ਨੂੰ ਪੜ੍ਹਦੇ ਹਾਂ Pre-reading पढ़न तो पहला डिक्शनरी रेफरेंस लर्निंग न्यू वर्ड्स नवे शब्द जेडे हैगे ने वो आपां सीखने ने एक्टिविटी दिती हुई है लुक अप द फॉलोइंग वर्ड्स इन अ डिक्शनरी ये जेडे शब्द दिते गए ने इन्हां दा मतलब आपां डिक्शनरी दे विच देखना है You should seek the following information about the words and put them in your words notebook ਤੇ ਇਹਨਾਂ ਸ਼ਬਦਾਂ ਬਾਰੇ ਤੁਸੀਂ ਇਹ ਸਾਰੀ ਜਿਹੜੀ ਜਾਣਕਾਰੀ ਹੈਗੀ ਹੈ ਉਹ ਇਕੱਠੀ ਕਰਨੀ ਹੈ ਤੇ ਆਪਣੀ ਵਰਡਸ ਨੋਟਬੁੱਕ ਦੇ ਵਿੱਚ ਇਹਨੂੰ ਸ਼ਾਮਲ ਕਰ ਦੇਣਾ ਜਿਹਦੇ ਵਿੱਚ ਤੁਸੀਂ ਨਵੇਂ-ਨਵੇਂ ਜਿਹੜੇ ਸ਼ਬਦ ਹੁੰਦੇ ਨੇ ਉਹਨਾਂ ਨੂੰ ਦਾਖਲ ਕਰਦੇ ਹੋ ਕਿਹੜੀ ਜਾਣਕਾਰੀ ਇਕੱਠੀ ਕਰਨੀ ਹੈ ਪਹਿਲਾ meaning of the word as used in the story ਕਹਾਣੀ ਵਿੱਚ ਇਸ ਸ਼ਬਦ ਦਾ ਕੀ ਮਤਲਬ ਹੈਗਾ ਕਿ ਇਹ ਇੱਕ ਐਡਜੈਕਟਿਵ ਹੈਗਾ ਵਿਸ਼ੇਸ਼ਣ ਨਾਉਨ ਨਾਮ ਜਾਂ ਵਰਬ ਹੈਗਾ ਕਿਰਿਆ ਦੂਜਾ pronunciation कहने का मतलब एदा उच्चारण किवें किता गया The teacher may refer to the dictionary or the mobile phone for correct pronunciation ਜਿਹੜੇ ਅਧਿਆਪਕ ਹੈਗੇ ਨੇ ਉਹ ਜਾਂ ਤਾਂ ਆਪਣਾ ਫੋਨ ਯੂਜ਼ ਕਰ ਸਕਦੇ ਨੇ ਜਾਂ ਫਿਰ ਡਿਕਸ਼ਨਰੀ ਦਾ ਯੂਜ਼ ਕਰ ਸਕਦੇ ਨੇ ਇਹਦਾ ਸਹੀ ਉਚਾਰਨ ਜਾਂ ਕਿਵੇਂ ਇਹਨੂੰ ਬੋਲਣਾ ਹੈਗਾ ਉਹ ਦੱਸਣ ਦੇ ਲਈ ਤੀਜੀ ਗੱਲ ਸਪੈਲਿੰਗਸ ਵੀ ਆਪਾਂ ਧਿਆਨ ਨਾਲ ਇਹ ਸਾਰੇ ਸਪੈਲਿੰਗਸ ਵੀ ਦੇਖਣੇ ਨੇ चलो शुरू करते हैं सब तो पहला वर्ड है अकीटा यह एक जैपनीज ब्रीड हैगी है कुत्ते दी जिवें एक अलग अलग ब्रीड्स हुंदी है ना अलग अलग टाइप्स हुंदी है डॉग्स दियां ये अकीटा एक जैपनीज ब्रीड हैगी है ते ये हैगा जी एक एन तो नाउन अगला वर्ड नेबरहुड ये भी एक नाउन हैगा ਤੇ ਨੇਬਰਹੁੱਡ ਦਾ ਮਤਲਬ ਸਾਡੇ ਮੁਹੱਲੇ ਦੇ ਵਿੱਚ ਆਲੇ ਦੁਆਲੇ ਕੌਣ ਰਹਿੰਦਾ ਹੈ ਜਿਹਨੂੰ ਆਪਾਂ ਗਵਾਂਢੀ ਕਹਿੰਦੇ ਆ ਜਾਂ ਗਵਾਂਢ ਕਹਿੰਦੇ ਆ ਉਹ ਆ ਗਿਆ ਸਾਡਾ ਵਰਡ ਨੇਬਰਹੁੱਡ ਇਹ ਇੱਕ ਕੀ ਹੈਗਾ ਮੈਂ ਤੁਹਾਨੂੰ ਦੱਸਿਆ ਇਹ ਇੱਕ ਨਾਉਨ ਹੈਗਾ ਅਗਲਾ ਵਰਡ ਹੈਗਾ ਐਗਰੀਕਲਚਰ ਇਹ ਵੀ ਇੱਕ ਨਾਉਨ ਹੈਗਾ ਐਗਰੀਕਲਚਰ ਦਾ ਮਤਲਬ ਤੁਸੀਂ ਇਹ ਕਹਿ ਸਕਦੇ ਹੋ ਖੇਤੀਬਾੜੀ ਕਰਨਾ ਹੋ ਸਕਦਾ ਹੈ ਐਗਰੀਕਲਚਰ ਦੇ ਵਿੱਚ ਜਿਹੜੇ ਪਸ਼ੂ ਹੈਗੇ ਨੇ ਉਹਨਾਂ ਨੂੰ ਵੀ ਰੱਖਿਆ ਜਾ ਰਿਹਾ ਹੋਵੇ ਤੇ ਆਪਾਂ ਉਹ ਵੀ ਕਹਿ ਸਕਦੇ ਹਾਂ ਉਹਦੇ ਵਿੱਚ ਕਈ ਵਾਰ ਸ਼ਾਮਲ ਹੁੰਦਾ ਹੈ ਅਗਲਾ ਵਰਡ ਹੈਗਾ ਐਕੰਪਨੀ ਇਹ ਇੱਕ ਵਰਬ ਹੈਗਾ ਐਕੰਪਨੀ ਦਾ ਮਤਲਬ ਹੁੰਦਾ ਹੈ ਕਿਸੇ ਨਾਲ ਰਹਿਣਾ ਹੈ ਨਾਲ ਜਾਣਾ ਨਾਲ ਮਤਲਬ ਐਕੰਪਨੀ ਨੈਕਸਟ ਰੂਟੀਨ ਇਹ ਇੱਕ ਨਾਉਨ ਹੈਗਾ ਰੂਟੀਨ ਦਾ ਮਤਲਬ ਆਪਾਂ ਆਮ ਤੌਰ ਤੇ ਕਿਹੜੀ ਚੀਜ਼ ਕਰਦੇ ਆ ਉਹ ਸਾਡਾ ਰੂਟੀਨ ਹੋ ਜਾਂਦਾ ਜਿਵੇਂ ਮੈਂ ਕਹਾ ਸਵੇਰੇ ਉੱਠ ਕੇ ਮੈਂ ਤਿਆਰ ਹੁੰਦੀਆਂ ਸਕੂਲ ਜਾਂਦੀਆਂ ਉਹ ਤੁਹਾਡਾ ਰੂਟੀਨ ਹੈਗਾ ਸਕੂਲ ਜਾ ਕੇ ਫਿਰ ਦੋਸਤਾਂ ਨੂੰ ਮਿਲਦੀਆਂ ਪੜ੍ਹਾਈ ਕਰਦੀਆਂ ਰੂਟੀਨ ਹੋ ਗਿਆ ਅਗਲਾ ਰਿਸੀਵ ਇਹ ਇੱਕ ਵਰਬ ਹੈਗਾ ਤੇ ਰਿਸੀਵ ਨੂੰ ਪੰਜਾਬੀ ਚ ਕਹਿ ਸਕਦੇ ਹਾਂ ਕੋਈ ਚੀਜ਼ ਪ੍ਰਾਪਤ ਕਰਨਾ ਜਾਂ ਆਪਾਂ ਕਹਿ ਸਕਦੇ ਹਾਂ ਕਿਸੇ ਚੀਜ਼ ਨੂੰ ਹਾਸਲ ਕਰਨਾ ਜਾਂ ਸਾਨੂੰ ਜਦ ਕੋਈ ਚੀਜ਼ ਮਿਲਦੀ ਹੈ ਉਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਰਿਸੀਵ ਹੋਇਆ ਸਾਨੂੰ ਅਗਲਾ ਹੈਮਰੇਜ ਇਹ ਇੱਕ ਨਾਉਨ ਹੈਗਾ ਧਿਆਨ ਨਾਲ ਸੁਣਿਓ ਹੈਮਰੇਜ ਦਾ ਮਤਲਬ ਹੁੰਦਾ ਹੈ ਸਰੀਰ ਦੇ ਅੰਦਰ ਬਹੁਤ ਜ਼ਿਆਦਾ ਜਿਹੜਾ ਖੂਨ ਹੈਗਾ ਉਹ ਨਿਕਲ ਰਿਹਾ ਹੋਏ ਉਹਨੂੰ ਆਪਾਂ ਕਹਿੰਦੇ ਆ ਹੈਮਰੇਜ ਹੋ ਗਿਆ ਠੀਕ ਹੈ ਬੇਟਾ ਅਗਲਾ ਵਰਡ ਹੈਗਾ ਸ਼ੋ ਅਪ ਇਹਨੂੰ ਆਪਾਂ ਪੰਜਾਬੀ ਦੇ ਵਿੱਚ ਕਹਿ ਸਕਦੇ ਆ ਵੀ ਜਦ ਕੋਈ ਆ ਜਾਂਦਾ ਹੈ ਠੀਕ ਹੈ ਉਹਨੂੰ ਆਪਾਂ ਕਹਿ ਦਿੰਦੇ ਆ ਵੀ ਹਾਂ ਹੀ ਡਿਡ ਸ਼ੋ ਅਪ ਵੀ ਉਹ ਆ ਗਿਆ ਸੀ ਉੱਥੇ ਠੀਕ ਹੈ ਉਹ ਹੋ ਗਿਆ ਸ਼ੋ ਅਪ ਅਗਲਾ beloved ਇਹ ਇੱਕ ਐਡਜੈਕਟਿਵ ਹੈਗਾ ਇਹਨੂੰ ਪੰਜਾਬੀ ਚ ਆਪਾਂ ਕਹਿੰਦੇ ਆ ਬਹੁਤ ਜ਼ਿਆਦਾ ਜਦ ਕੋਈ ਪਿਆਰਾ ਹੁੰਦਾ ਹੈ ਉਹਨੂੰ ਆਪਾਂ ਕਹਿੰਦੇ ਆ ਵੀ ਇਹ ਤਾਂ ਸਾਡਾ beloved ਹੈਗਾ ਠੀਕ ਹੈ ਨੈਕਸਟ ਵਰਡ EMPLOYEES ਇਹ ਨਾਉਨ ਹੈਗਾ ਤੇ ਪੰਜਾਬੀ ਚ ਇਹਨਾਂ ਨੂੰ ਕਿਹਾ ਜਾਂਦਾ ਹੈ ਕਰਮਚਾਰੀ ਮਤਲਬ ਜਦ ਕੋਈ ਕਿਸੇ ਥਾਂ ਤੇ ਕੰਮ ਕਰਦਾ ਹੈ ਉਸ ਬੰਦੇ ਨੂੰ ਆਪਾਂ ਕਹਿੰਦੇ ਆ ਵੀ ਉਹ ਉਸ ਥਾਂ ਦਾ ਕੀ ਹੈਗਾ EMPLOYEE ਹੈਗਾ ਨੈਕਸਟ ਵਰਡ DEVOTED ਇਹ ਇੱਕ ਐਡਜੈਕਟਿਵ ਹੈਗਾ ਤੇ ਇਹਨੂੰ ਪੰਜਾਬੀ ਚ ਕਹਿ ਸਕਦੇ ਆ ਬਹੁਤ ਜ਼ਿਆਦਾ ਸਮਰਪਿਤ ਹੋਣਾ ਉਹ ਹੋ ਜਾਂਦਾ ਹੈ ਡਿਵੋਟਿਡ ਅਗਲਾ ਵਰਡ ਤੁਸੀਂ ਅਕਸਰ ਉਹਦੇ ਵਿੱਚ ਪੜਿਆ ਹੋਣਾ ਆਪਣਾ ਸਾਇੰਸ ਦੇ ਵਿੱਚ ਪੜਿਆ ਹੋਣਾ ਜਾਂ ਹੋ ਸਕਦਾ ਹੈ ਤੁਸੀਂ ਸੋਸ਼ਲ ਸਾਇੰਸ ਦੇ ਵਿੱਚ ਪੜਿਆ ਹੋਣਾ ਇਹ ਹੈਗਾ ਮਿਊਜ਼ੀਅਮ
ਇਹਨੂੰ ਆਪਾਂ ਨਾउन ਕਹੀਦਾ ਹੈ। ਇਹ ਉਹ ਵਾਲੀ ਥਾਂ ਹੁੰਦੀ ਹੈ ਜਿਹਨੂੰ ਪੰਜਾਬੀ ਚ ਅਜਾਇਬ ਘਰ ਕਹੀਦਾ, ਜਿੱਥੇ ਪੁਰਾਤਨ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਉਹ ਰੱਖੀਆਂ ਹੁੰਦੀਆਂ ਨੇ। ਤਾਂ ਚਲੋ ਸ਼ੁਰੂ ਕਰਦੇ ਹਾਂ, ਰੀਡਿੰਗ ਸ਼ੁਰੂ ਕਰਦੇ ਹਾਂ। ਇਹ ਹੈਗਾ ਜੀ ਡੌਗ ਜਿਹਦੀ ਗੱਲ ਕੀਤੀ ਗਈ ਹੈ, ਸਭ ਤੋਂ ਦੁਨੀਆ ਦਾ ਵਫਾਦਾਰ ਲਾਇਲ ਡੌਗ। ਲੈਟ ਅਸ ਰੀਡ ਦ ਸਟੋਰੀ। ਆਓ ਕਹਾਣੀ ਪੜ੍ਹੀਏ। ਹਾਚੀਕੋ, ਦ ਵਰਲਡਸ ਮੋਸਟ ਲਾਇਲ ਡੌਗ। ਹਾਚੀਕੋ ਦੁਨੀਆ ਦਾ ਸਭ ਤੋਂ ਵਫਾਦਾਰ ਕੁੱਤਾ। ਹਾਚੀਕੋ, ਦ ਡੌਗ ਵਾਸ ਮੋਰ ਦੈਨ ਜਸਟ ਅ ਪੈਟ। ਇੱਕ ਕੁੱਤਾ ਸਿਰਫ ਇੱਕ ਪਾਲਤੂ ਜਾਨਵਰ ਨਹੀਂ ਸੀ, ਉਸ ਤੋਂ ਵੀ ਵੱਧ ਸੀ ਕੁਝ। ਹੀ ਵਾਸ ਅ ਟਰੂ ਕੰਪੈਨੀਅਨ। ਇਹ ਇੱਕ ਸੱਚਾ ਸਾਥੀ ਸੀ। He was very loyal and faithful. ਇਹ ਬਹੁਤ ਜ਼ਿਆਦਾ ਵਫਾਦਾਰ ਸੀ ਤੇ ਆਪਾਂ ਕਹਿ ਸਕਦੇ ਹਾਂ ਸੱਚਾ ਦੋਸਤ ਸੀ। Every day, Hachiko would greet his human friend, his master, a routine the faithful dog kept even after his owner's death. ਜਿਹੜਾ ਇਹ ਡੌਗ ਹੈਗਾ ਇਹ ਹਰ ਰੋਜ਼ ਆਪਾਂ ਇਹ ਕਹਿ ਸਕਦੇ ਹਾਂ ਜਿਹੜਾ ਇਹਦਾ ਮਨੁੱਖੀ ਦੋਸਤ ਸੀ, ਜੋ ਇਹਦਾ ਮਾਸਟਰ ਸੀ, ਇਹਦਾ ਮਾਲਕ ਸੀ, ਉਸ ਨੂੰ ਸਵੇਰੇ ਉੱਠ ਕੇ ਜਿਵੇਂ ਰੂਟੀਨ ਹੁੰਦਾ ਹੈ ਉਹਦੇ ਵਿੱਚ ਉਹਨੂੰ ਗ੍ਰੀਟ ਕਰਦਾ ਸੀ। ਉਹਨੂੰ ਜਿਵੇਂ ਆਪਾਂ ਸਤਿ ਸ਼੍ਰੀ ਅਕਾਲ ਬੁਲਾਉਂਦੇ ਹਾਂ ਸਵੇਰੇ ਉੱਠ ਕੇ, ਇਹ ਆਪਣੇ ਮਾਸਟਰ ਨੂੰ ਗ੍ਰੀਟ ਕਰਦਾ ਸੀ। ਈਵਨ ਜਦ ਇਹਦੇ ਮਾਸਟਰ ਦੀ ਡੈਥ ਹੋ ਗਈ ਉਸ ਤੋਂ ਬਾਅਦ ਵੀ ਇਹ ਉਹ ਕੰਮ ਕਰਦਾ ਰਿਹਾ, ਇਹ ਹਟਿਆ ਨਹੀਂ। A golden brown of Akita breed. Hachiko was born on 10th November 1923 in the farm in Japan. ਅਕੀਤਾ ਨਸਲ ਦਾ ਇਹ ਸੁਨਹਿਰੀ ਭੂਰੇ ਰੰਗ ਦਾ ਕੁੱਤਾ ਜਿਹੜਾ ਸੀ, ਇਸ ਦਾ ਜਨਮ ਕਿੱਥੇ ਹੋਇਆ ਸੀ? ਇੱਕ ਖੇਤ ਦੇ ਵਿੱਚ ਹੋਇਆ ਸੀ ਜਾਪਾਨ ਵਿੱਚ ਇਸ ਤਰੀਕ ਨੂੰ। In 1924 ਯਾਨੀ 1 ਸਾਲ ਬਾਅਦ ਪ੍ਰੋਫੈਸਰ ਹਾਈਡੀ ਸੈਬਰੋ ਉਨੇਓ adopted Hachiko and brought him to live with him in Shibuya, a small town in the neighborhood of Tokyo. ਤੇ 1 ਸਾਲ ਬਾਅਦ ਪ੍ਰੋਫੈਸਰ ਉਨੇਓ ਨੇ ਇਹਨੂੰ ਕੁੱਤੇ ਨੂੰ ਅਡਾਪਟ ਕਰ ਲਿਆ। ਠੀਕ ਹੈ, ਆਪਾਂ ਇਹ ਕਹਿ ਸਕਦੇ ਆ ਵੀ ਇਹਨੂੰ ਪਾਲਤੂ ਬਣਾ ਲਿਆ। ਤੇ ਕਿੱਥੇ ਰਹਿੰਦੇ ਸੀ ਜਿਹੜੇ ਪ੍ਰੋਫੈਸਰ ਸੀ, ਜਿਹੜੇ ਟੀਚਰ ਸੀ, ਉਹ ਰਹਿੰਦੇ ਸੀ ਸ਼ਿਬੂਆ, ਜੋ ਕਿ ਇੱਕ ਛੋਟਾ ਜਿਹਾ ਆਪਾਂ ਕਹਿ ਸਕਦੇ ਹਾਂ ਸ਼ਹਿਰ ਹੈਗਾ ਸ਼ਿਬੂਆ। ਕਿਹਦੇ ਗੁਆਂਢ ਦੇ ਵਿੱਚ? ਟੋਕੀਓ ਦੇ ਗੁਆਂਢ ਦੇ ਵਿੱਚ। ਪ੍ਰੋਫੈਸਰ ਹਾਈਡੀ ਸੈਬਰੋ ਉਨੇਓ taught in the agriculture department of Tokyo Imperial University। ਤੇ ਆਪ ਜਿਹੜੇ ਪ੍ਰੋਫੈਸਰ ਸੀ ਉਹ ਇਸ ਯੂਨੀਵਰਸਿਟੀ ਦੇ ਵਿੱਚ ਪੜ੍ਹਾਉਂਦੇ ਸੀ। Every morning, professor would walk to the Shibuya railway station and Hachiko would also go with him to see his master take the train to work। ਤੇ ਰੋਜ਼ ਸਵੇਰੇ ਜਿਹੜੇ ਪ੍ਰੋਫੈਸਰ ਸੀ ਉਹ ਸ਼ਿਬੂਆ ਰੇਲਵੇ ਸਟੇਸ਼ਨ ਤੇ ਪਹੁੰਚਦੇ ਸੀ ਤੇ ਉਹਨਾਂ ਨਾਲ ਉਹਨਾਂ ਦਾ ਜਿਹੜਾ ਡੌਗ ਸੀ ਉਹ ਵੀ ਉਹਨਾਂ ਨਾਲ ਜਾਂਦਾ ਸੀ, ਉਹਨਾਂ ਨੂੰ ਦੇਖਦਾ ਸੀ। ਜਦ ਤੱਕ ਉਹ ਟ੍ਰੇਨ ਤੇ ਨਹੀਂ ਚੜ ਜਾਂਦੇ ਸੀ ਉੱਥੇ ਹੀ ਖੜਾ ਰਹਿੰਦਾ ਸੀ। After finishing the day's classes, the professor would take the train back and return to the station at 3 p.m. ਤੇ ਕਾਲਜ ਵਿੱਚ ਜਾ ਕੇ ਆਪਣੀਆਂ ਕਲਾਸਾਂ ਖਤਮ ਕਰਨ ਤੋਂ ਬਾਅਦ ਜਿਹੜੇ ਪ੍ਰੋਫੈਸਰ ਸੀ ਉਹ ਰੇਲ ਗੱਡੀ ਲੈ ਕੇ ਵਾਪਸ ਦੁਪਹਿਰੇ 3 ਵਜੇ ਉਸੇ ਆਪਾਂ ਕਹਿ ਸਕਦੇ ਰੇਲਵੇ ਸਟੇਸ਼ਨ ਤੇ ਪਹੁੰਚ ਜਾਂਦੇ ਸੀ। Hachiko would reach the station and wait for the professor and accompany him on his walk back to his home। ਤੇ ਹਾਚੀਕੋ ਜਿਹੜਾ ਸੀ ਉਹ ਠੀਕ 3 ਵਜੇ ਤੋਂ ਪਹਿਲਾਂ ਸਟੇਸ਼ਨ ਤੇ ਪਹੁੰਚ ਜਾਂਦਾ ਸੀ ਤੇ ਪ੍ਰੋਫੈਸਰ ਦਾ ਇੰਤਜ਼ਾਰ ਕਰਦਾ ਸੀ ਤੇ ਫਿਰ ਉਹਦੇ ਨਾਲ ਪ੍ਰੋਫੈਸਰ ਨਾਲ ਪੈਦਲ ਚੱਲਦਾ ਘਰ ਨੂੰ ਆਉਂਦੇ ਸੀ ਦੋਵੇਂ। The pair followed the same routine every day। ਤੇ ਉਹ ਦੋਨੋਂ ਆਹੀ ਰੂਟੀਨ ਜਿਹੜਾ ਹੈ ਇਹ ਵਾਪਸ ਹਰ ਰੋਜ਼ ਕਰਦੇ ਸੀ। Every day Hachiko would be there to receive the master at the same time। ਹਰ ਰੋਜ਼ ਜਿਹੜਾ ਡੌਗ ਸੀ ਉਹ ਉਸੇ ਸਮੇਂ ਆਪਣੇ ਮਾਸਟਰ ਦੀ ਵੇਟ ਕਰਨ ਦੇ ਲਈ ਉੱਥੇ ਖੜਾ ਹੋ ਜਾਂਦਾ ਸੀ, ਉੱਥੇ ਪਹੁੰਚ ਜਾਂਦਾ ਸੀ ਰੇਲਵੇ ਸਟੇਸ਼ਨ। The master and Hachiko kept this schedule until one sad day in May 1925, Professor Uneo suffered a sudden brain hemorrhage while teaching and passed away। ਤੇ ਇਹ ਜਿਹੜਾ ਰੂਟੀਨ ਸੀ 1 ਸਾਲ ਲਗਭਗ ਏਦਾਂ ਹੀ ਚੱਲਦਾ ਰਿਹਾ ਜਦ ਤੱਕ ਇੱਕ ਬਹੁਤ ਆਪਾਂ ਕਹਿ ਸਕਦੇ ਆ ਭਿਆਨਕ ਚੀਜ਼ ਹੋਈ। ਜਿਹੜੇ ਪ੍ਰੋਫੈਸਰ ਸੀ ਉਹ ਇੱਕ ਦਿਨ ਪੜ੍ਹਾ ਰਹੇ ਸੀ ਤੇ ਅਚਾਨਕ ਉਹਨਾਂ ਦੇ ਦਿਮਾਗ ਦੇ ਵਿੱਚ ਨਾ ਹੈਮਰੇਜ ਹੋ ਗਿਆ। ਕਹਿਣ ਦਾ ਮਤਲਬ ਦਿਮਾਗ ਦੇ ਵਿੱਚ
बहुत ज़्यादा ब्लीडिंग हो गई, खून निकलन लग पिया ते उत्थे ही उन्हां दी डेथ भी हो गई। ਉਹ ਪੜਾ ਰਹੀ ਸੀ ਉਸ ਵੇਲੇ। That day, Hachiko showed up at 3 p.m. as usual, but his beloved master never came back. ਉਸ ਦਿਨ ਵੀ Hachiko ਆਮ ਜਿਵੇਂ ਦੁਪਹਿਰੇ 3 ਵਜੇ ਉੱਥੇ ਪਹੁੰਚ ਜਾਂਦਾ ਸੀ ਰੇਲਵੇ ਸਟੇਸ਼ਨ, ਉਦੋਂ ਵੀ ਪਹੁੰਚ ਗਿਆ, ਪਰ ਉਹਦੇ ਜਿਹੜੇ ਪਿਆਰ ਕਰਨ ਵਾਲੇ ਮਾਸਟਰ ਸੀ ਜਾਂ ਪਿਆਰਾ ਮਾਲਕ ਸੀ, ਉਹ ਕਦੇ ਵਾਪਸ ਹੀ ਨਹੀਂ ਆਇਆ। Hachiko returned the next day at the same time, hoping that Uneo would be there to meet him. ਤੇ ਉਦਾਂ ਹੀ ਅਗਲੇ ਦਿਨ ਵੀ ਉਹ 3 ਵਜੇ ਪਹੁੰਚ ਗਿਆ ਰੇਲਵੇ ਸਟੇਸ਼ਨ, ਵੀ ਸ਼ਾਇਦ ਅੱਜ ਆ ਜਾਊਗਾ ਉਹਦਾ ਮਾਲਕ, ਸ਼ਾਇਦ ਅੱਜ ਉਹਨੂੰ ਮਿਲ ਜਾਊਗਾ। Of course, the professor did not return, but his loyal Hachiko never gave up hope. ਇਹਦਾ ਪਤਾ ਹੀ ਸੀ ਵੀ ਪ੍ਰੋਫੈਸਰ ਨੇ ਵਾਪਸ ਤਾਂ ਆਣਾ ਨਹੀਂ, ਲੇਕਿਨ Hachiko ਜਿਹੜਾ ਰੂਟੀਨ ਸੀ ਵੀ ਉਹਨੇ 3 ਵਜੇ ਰੇਲਵੇ ਸਟੇਸ਼ਨ ਪਹੁੰਚਣਾ ਹੈ, ਉਹ ਰੋਜ਼ ਹੀ ਉੱਥੇ ਪਹੁੰਚ ਜਾਂਦਾ ਸੀ ਦੇਖਣ ਦੇ ਲਈ ਵੀ ਸ਼ਾਇਦ ਅੱਜ ਮਾਸਟਰ ਆ ਜਾਊਗਾ ਜਾਂ ਅੱਜ ਦੇਖਣ ਨੂੰ ਮਿਲ ਜਾਊਗਾ। Hachiko was at Shibuya station the next day again at 3 p.m. then the day after and the day after that. ਤੇ ਜਿਹੜਾ ਡੌਗ ਸੀ ਉਹ ਬਾਰ-ਬਾਰ ਹਰ ਰੋਜ਼ ਲਗਾਤਾਰ 3 ਵਜੇ ਉੱਥੇ ਰੇਲਵੇ ਸਟੇਸ਼ਨ ਤੇ ਪਹੁੰਚ ਜਾਂਦਾ ਸੀ ਤੇ ਲਗਾਤਾਰ ਆਂਦਾ ਰਹਿੰਦਾ ਸੀ। Soon the lonely dog began to draw the attention of the other passengers. ਤੇ ਜਲਦ ਹੀ ਉਹ ਜਿਹੜਾ ਕੱਲਾ ਕੁੱਤਾ ਸੀ ਹੋਰ ਯਾਤਰੀਆਂ ਦਾ ਨਾ ਉਹਦੇ ਉੱਤੇ ਧਿਆਨ ਪੈਣ ਲੱਗ ਪਿਆ। ਉਹਨੇ ਆਪਣਾ ਮਤਲਬ ਆਪਾਂ ਇਹ ਕਹਿ ਸਕਦੇ ਆ ਵੀ ਉਹਨਾਂ ਦਾ ਧਿਆਨ ਵੀ ਆਪਣੇ ਵੱਲ ਖਿੱਚ ਲਿਆ। ਕਿਉਂਕਿ ਉਹ ਪਹੁੰਚ ਜਾਂਦਾ ਸੀ ਰੋਜ਼ ਹੀ, ਤੇ ਉਸ ਕੁੱਤੇ ਨੂੰ ਰੋਜ਼ ਹੀ ਕੱਲਾ ਦੇਖ ਕੇ ਬਾਕੀ ਜਿਹੜੇ ਯਾਤਰੀ ਸੀਗੇ ਉਹ ਵੀ ਹੈਰਾਨ ਹੋ ਜਾਂਦੇ ਸੀ। At first, the station workers were not friendly with the dog, but after some time, people started looking out for him. ਪਹਿਲਾਂ ਤਾਂ ਜਿਹੜੇ ਸਟੇਸ਼ਨ ਦੇ ਕਰਮਚਾਰੀ ਸੀ ਉਹ ਕੁੱਤੇ ਵੱਲ ਉਹਨਾਂ ਦਾ ਰਵੱਈਆ ਠੀਕ ਨਹੀਂ ਸੀ, ਵਧੀਆ ਨਹੀਂ ਸੀ, ਪਰ ਹੌਲੀ-ਹੌਲੀ ਬਦਲਾਵ ਆਇਆ ਲੋਕਾਂ ਦੇ ਵਿੱਚ ਤੇ ਉਹਨੂੰ ਰੋਜ਼ ਉਹਦਾ ਦੀ ਉਹ ਜਿਹੜੇ ਲੋਕ ਸੀ ਉਹਦੀ ਭਾਲ ਕਰਦੇ ਸੀ ਵੀ ਅੱਜ ਆਊਗਾ, ਅੱਜ ਦੇਖਣ ਨੂੰ ਮਿਲੂਗਾ, ਮਤਲਬ ਪਿਆਰ ਪੈ ਗਿਆ ਸੀ। Even the station employees would bring food and treats for the devoted dog and sometimes sit and keep him company. ਇੱਥੇ ਤੱਕ ਕਿ ਜਿਹੜੇ ਸਟੇਸ਼ਨ ਦੇ ਕਰਮਚਾਰੀ ਸੀ ਉਹ ਉਸ ਕੁੱਤੇ ਦੇ ਲਈ, ਜਿਹੜਾ ਸ਼ਰਧਾਲੂ ਕੁੱਤਾ ਸੀ ਆਪਣੇ ਮਾਲਕ ਦੀ ਵੇਟ ਕਰ ਰਿਹਾ ਸੀ, ਇੰਨੇ ਦਿਨਾਂ ਤੋਂ ਕਰ ਰਿਹਾ ਸੀ, ਉਹ ਉਹਦੇ ਲਈ ਖਾਣਾ ਲੈ ਕੇ ਆਉਂਦੇ ਸੀ, ਕਈ ਵਾਰ ਉਹਦੇ ਨਾਲ ਬੈਠ ਜਾਂਦੇ ਸੀ ਵੀ ਕੱਲਾ ਨਾ ਮਹਿਸੂਸ ਹੋਏ ਉਹਨੂੰ। The days turned into weeks, ਤੇ ਦਿਨ ਲੰਘਦੇ ਗਏ, ਹਫ਼ਤੇ ਨਿਕਲ ਗਏ, then months, ਮਹੀਨੇ ਵੀ ਨਿਕਲ ਗਏ, then years, ਸਾਲੋਂ ਸਾਲ ਲੰਘ ਗਏ, and Hachiko returned each day to wait. ਤੇ ਸਾਲੋਂ ਸਾਲ ਜਿਹੜੇ ਸੀਗੇ ਉਹ ਵੀ ਲੰਘ ਗਏ ਤੇ ਜਿਹੜਾ Hachiko ਹੈ ਉਹ ਉੱਥੇ ਉਡੀਕ ਕਰਦਾ ਰਿਹਾ ਵੀ ਮੇਰਾ ਮਾਸਟਰ ਆਊਗਾ। His presence made a great impression on the local people of Shibuya, and for them he became a symbol of loyalty and faith, a hero. ਤੇ ਇਹਨੇ ਉੱਥੇ ਦੇ ਜਿਹੜੇ ਲੋਕ ਸੀ ਲੋਕਲ ਸ਼ਿਬੂਆ ਦੇ, ਉਹਨਾਂ ਤੇ ਡੂੰਘਾ ਅਸਰ ਪਾਇਆ ਵੀ ਇਹ ਜਿਹੜਾ ਕੁੱਤਾ ਹੈਗਾ ਇਹ ਪ੍ਰਤੀਕ ਹੈਗਾ ਵਫਾਦਾਰੀ ਦਾ, ਵਿਸ਼ਵਾਸ ਦਾ, ਤੇ ਉਹਨਾਂ ਲਈ ਇਹ ਪ੍ਰਤੀਕ ਬਣ ਗਿਆ ਸੀ ਵੀ ਇਹ ਵਫਾਦਾਰੀ ਦਾ ਬਹੁਤ ਵੱਡਾ ਵਿਸ਼ਾਲਿਕ ਐਗਜ਼ਾਮਪਲ ਹੈਗਾ। One of the Professor Uno's former students, Hirokichi Saito, was an expert on the Akita breed of dogs. ਤੇ ਜਿਹੜੇ ਪ੍ਰੋਫੈਸਰ ਸੀ ਜਿਨ੍ਹਾਂ ਦਾ ਇਹ ਡੌਗ ਸੀ ਉਹਨਾਂ ਦਾ ਇੱਕ ਸਟੂਡੈਂਟ ਸੀ, ਪੁਰਾਣਾ ਸਟੂਡੈਂਟ, ਜਿਹਦਾ ਨਾਂ ਸੀ ਹਿਰੋਕਿਚੀ ਸਾਈਟੋ। ਉਹ ਮਾਹਿਰ ਸੀ ਇਸ ਬਰੀਡ ਦੇ ਜਿਹੜੇ ਡੌਗ ਸੀ, ਇਸ ਆਪਾਂ ਕਹਿ ਸਕਦੇ ਹਾਂ ਨਸਲ ਦੇ ਜਿਹੜੇ ਕੁੱਤੇ ਸੀ ਉਹਨਾਂ ਦੀ ਪੜ੍ਹਾਈ ਕੀਤੀ ਹੋਈ ਸੀ ਤੇ ਉਹਦੇ ਵਿੱਚ ਮਾਹਿਰ ਸੀ। He came to know of Hachiko and his routine. ਤੇ ਉਸਨੂੰ Hachiko ਤੇ ਉਸਦੇ ਰੂਟੀਨ ਬਾਰੇ ਪਤਾ ਲੱਗਿਆ। ਇੱਕ ਵਾਰ ਦੀ ਗੱਲ ਹੈ, he decided to take the train to Shibuya to see if Hachiko would still be waiting. ਤੇ ਉਸਨੇ ਇਹ ਡੌਗ ਨੂੰ ਦੇਖਣ ਦੇ ਲਈ ਫੈਸਲਾ ਕੀਤਾ ਵੀ ਉਹ ਟ੍ਰੇਨ ਲੈ ਕੇ ਸ਼ਿਬੂਆ ਸਟੇਸ਼ਨ ਜਾਊਗਾ ਤੇ ਦੇਖੂਗਾ ਵੀ ਉੱਥੇ ਕੁੱਤਾ ਬੈਠਾ ਹੋਇਆ ਜਾਂ ਨਹੀਂ। When Saito arrived at the station, he saw Hachiko there waiting for his master. ਤੇ ਜਦੋਂ ਸਾਈਟੋ ਪਹੁੰਚਿਆ ਰੇਲਵੇ ਸਟੇਸ਼ਨ ਉਹਨੇ ਦੇਖਿਆ ਵੀ ਉਹ ਕੁੱਤਾ ਜਿਹੜਾ ਸੀ, ਡੌਗ ਜਿਹੜਾ ਸੀ Hachiko, ਉੱਥੇ ਵੇਟ ਕਰ ਰਿਹਾ ਸੀ ਆਪਣੇ ਮਾਸਟਰ ਦੀ, ਆਪਣੇ ਮਾਲਕ ਦੀ।
He wiped a tear from his cheek ਤੇ ਉਹਨੂੰ ਦੇਖ ਕੇ ਡੌਗ ਨੂੰ ਦੇਖ ਕੇ ਉਹਨੂੰ ਰੋਣਾ ਆ ਗਿਆ ਮਤਲਬ ਸਾਲ ਲੰਘ ਚੁੱਕੇ ਸੀ ਤੇ ਪ੍ਰੋਫੈਸਰ ਦੀ ਡੈਥ ਹੋ ਚੁੱਕੀ ਸੀ ਲੇਕਿਨ ਉਹ ਵਫਾਦਾਰ ਡੌਗ ਰੋਜ਼ ਉੱਥੇ ਸਟੇਸ਼ਨ ਤੇ ਆਂਦਾ ਸੀ ਇਹ ਦੇਖ ਕੇ ਸਾਈਟੋ ਨੂੰ ਰੋਣਾ ਆ ਗਿਆ ਤੇ ਉਹਨੇ ਆਪਣੇ ਆਂਸੂ ਪੂੰਝੇ He waited for Hachiko to make the next move ਤੇ ਉੱਥੇ ਦੇਖ ਕੇ ਉਹ ਰੁਕ ਗਿਆ ਵੀ ਹੁਣ ਹਾਚੀਕੋ ਅੱਗੇ ਕੀ ਕਰੂਗਾ After a long wait Hachiko stood up and went from there ਕਾਫੀ ਦੇਰ ਇੰਤਜ਼ਾਰ ਕਰਨ ਤੋਂ ਬਾਅਦ ਹਾਚੀਕੋ ਉੱਥੇ ਖੜਾ ਹੋਇਆ ਆਮ ਤੌਰ ਤੇ ਜਿਵੇਂ ਹੁੰਦਾ ਉੱਥੋਂ ਖੜਾ ਹੋਇਆ ਤੇ ਉੱਥੋਂ ਅੱਗੇ ਨਿਕਲ ਗਿਆ Saito followed the dog from the station to the home of Uneo's former gardener Kuzaburo Kobayashi who had adopted Hachiko but Hachiko waited only for Uneo ਤੇ ਉਹਨੇ ਦੇਖਿਆ ਵੀ ਜਿਹੜਾ ਸਾਈਟੋ ਨੇ ਦੇਖਿਆ ਵੀ ਜਿਹੜਾ ਡੌਗ ਹੈਗਾ ਕੁੱਤਾ ਹੈਗਾ ਉਹ ਸਟੇਸ਼ਨ ਤੋਂ ਉਨੇਓ ਦੇ ਪੁਰਾਣਾ ਜਿਹੜਾ ਮਾਲੀ ਸੀ ਜਿਹਦਾ ਨਾਂ ਸੀ ਕੁਜ਼ੈਬਰੋ ਉਹਨੇ ਕੁੱਤੇ ਨੂੰ ਅਡਾਪਟ ਕਰ ਲਿਆ ਸੀ ਉਹਦੇ ਕੋਲ ਚਲਾ ਗਿਆ ਸੀ ਡੌਗ ਲੇਕਿਨ ਉਹ ਫੇਰ ਵੀ ਆਪਣਾ ਜਿਹੜਾ ਪੁਰਾਣਾ ਮਾਲਕ ਸੀ ਉਹਦੀ ਉਡੀਕ ਕਰਨ ਦੇ ਲਈ ਰੋਜ਼ ਰੇਲਵੇ ਸਟੇਸ਼ਨ ਜਾਂਦਾ ਹੀ ਜਾਂਦਾ ਸੀ ਫॉर ਨੀਅਰਲੀ ਅ ਡੈਕੇਡ ਯਾਨੀ ਕਿ 10 ਸਾਲ ਜੋ ਬਹੁਤ ਵੱਡਾ ਮਤਲਬ ਆਪਾਂ ਕਹਿ ਸਕਦੇ ਹਾਂ ਟਾਈਮ ਹੁੰਦਾ ਹੈ For nearly a decade after his master passed away, the dog continued to show up at the same spot every day until Hachiko died at the age of 11 on 8th March 1935. 10 ਸਾਲ ਤੱਕ ਲਗਾਤਾਰ ਉਹ ਕੁੱਤਾ ਉੱਥੇ ਹੀ ਰੇਲਵੇ ਸਟੇਸ਼ਨ ਤੇ ਜਾਂਦਾ ਰਿਹਾ ਜਿੱਥੇ ਉਹਦਾ ਮਾਸਟਰ ਉਹਨੂੰ ਮਿਲਦਾ ਸੀ ਰੋਜ਼ ਜਾਂਦਾ ਸੀ ਧੁੱਪ ਹੋਏ ਬਾਰਿਸ਼ ਹੋਏ ਮੀਂਹ ਪਏ ਤੇ ਉਹ ਤਦ ਤੱਕ ਜਾਂਦਾ ਰਿਹਾ ਜਦ ਤੱਕ ਉਹ 11 ਸਾਲ ਦਾ ਨਹੀਂ ਹੋ ਗਿਆ ਤੇ ਉਹਦੀ ਮੌਤ ਨਹੀਂ ਹੋ ਗਈ ਕੁੱਤੇ The dog became a symbol of loyalty in Japan and now for the world. ਉਹ ਜਿਹੜਾ ਕੁੱਤਾ ਹੈਗਾ ਉਹ ਜਾਪਾਨ ਵਿੱਚ ਵਫਾਦਾਰੀ ਦਾ ਇੱਕ ਪ੍ਰਤੀਕ ਬਣ ਗਿਆ ਤੇ ਹੁਣ ਤਾਂ ਪੂਰੀ ਦੁਨੀਆ ਵਿੱਚ ਉਹਦੀ ਕਹਾਣੀ ਜਿਹੜੀ ਹੈ ਉਹ ਫੇਮਸ ਹੋ ਗਈ ਹੈ ਸਭ ਕੋਈ ਜਾਣਦੇ ਇਸ ਕਹਾਣੀ ਨੂੰ As a mark of respect and affection for the loyal dog, people started calling Hachiko Chicken Hachiko, which means Hachiko the faithful dog. ਇਹ ਇੱਕ ਜੈਪਨੀਜ਼ ਟਰਮ ਹੈਗੀ ਹੈ ਉਹਨੂੰ ਇੱਜ਼ਤ ਦੇਣ ਦੇ ਲਈ ਉਹਦੇ ਲਈ ਇੱਜ਼ਤ ਦਿਖਾਉਣ ਦੇ ਲਈ ਜਿਹੜੇ ਜੈਪਨੀਜ਼ ਲੋਕ ਹੈਗੇ ਨੇ ਉਹ ਉਹਨੂੰ ਕਹਿਣਾ ਸ਼ੁਰੂ ਕਰ ਚੁੱਕੇ ਸੀ ਚਿਕਨ ਹਾਚੀਕੋ ਜਿਹਦਾ ਮਤਲਬ ਹੁੰਦਾ ਹੈ ਬਹੁਤ ਹੀ ਵਫਾਦਾਰ ਕੁੱਤਾ In the memory of Hachiko, statues have been built in Shibuya and one at the place where he always met his master when Uneo came back from work. ਤੇ ਹਾਚੀਕੋ ਦੀ ਯਾਦ ਵਿੱਚ ਸ਼ਿਬੂਆ ਵਿੱਚ ਬਹੁਤ ਸਾਰੀਆਂ ਮੂਰਤੀਆਂ ਬਣਾਈਆਂ ਗਈਆਂ ਤੇ ਇੱਕ ਉਸ ਥਾਂ ਤੇ ਵੀ ਬਣਾਈ ਗਈ ਜਿੱਥੇ ਅਸਲ ਦੇ ਵਿੱਚ ਉਹ ਜਿਹੜਾ ਡੌਗ ਸੀ ਉਹ ਆਪਣੇ ਮਾਸਟਰ ਨੂੰ ਮਿਲਦਾ ਸੀ ਜਦੋਂ ਕੰਮ ਤੋਂ ਵਾਪਸ ਆਉਂਦਾ ਸੀ Hachiko's body has been preserved in the museum ਤੇ ਹਾਚੀਕੋ ਦੀ ਜਿਹੜੀ ਲਾਸ਼ ਹੈਗੀ ਹੈ ਉਹਨੂੰ ਅਜਾਇਬ ਘਰ ਦੇ ਵਿੱਚ ਸੁਰੱਖਿਅਤ ਰੱਖਿਆ ਗਿਆ ਹੈ Yes, you can still meet Hachiko if you go to Japan. ਤੁਸੀਂ ਹਾਚੀਕੋ ਨੂੰ ਮਿਲ ਸਕਦੇ ਹੋ ਜੇਕਰ ਤੁਸੀਂ ਜਾਪਾਨ ਜਾਂਦੇ ਹੋ ਉੱਥੇ ਮਿਊਜ਼ੀਅਮ ਹੈਗਾ ਜਿੱਥੇ ਉਹਦੀ ਬੋਡੀ ਹੈ ਰੱਖੀ ਗਈ ਹੈ ਹੁਣ ਆ ਦੇਖੋ ਇਹ ਵਾਲ ਹੈਗੀ ਹੈ ਸ਼ਿਬੂਆ ਟੋਕੀਓ ਦੇ ਵਿੱਚ ਜਿੱਥੇ ਆ ਹਾਚੀਕੋ ਵਰਗੇ ਡੌਗ ਦੀ ਫੋਟੋ ਲਾਈ ਹੋਈ ਹੈ ਪੋਸਟ ਰੀਡਿੰਗ ਵੋਕੈਬਲਰੀ ਐਕਸਪੈਂਸ਼ਨ ਰਾਈਟ ਐਂਟੋਨਿਮਸ ਆਫ ਦ ਫੋਲੋਇੰਗ ਵਰਡਸ ਇੱਥੇ ਕੁਝ ਸ਼ਬਦ ਦਿੱਤੇ ਹੋਏ ਨੇ ਜਾਂ ਵਰਡਸ ਦਿੱਤੇ ਗਏ ਨੇ ਇਹਨਾਂ ਦੇ ਉਲਟ ਜਿਹੜਾ ਮਤਲਬ ਹੁੰਦਾ ਹੈ ਉਹ ਆਪਾਂ ਵਰਡਸ ਇੱਥੇ ਲਿਖਨੇ ਨੇ ਜਿਵੇਂ ਸਭ ਤੋਂ ਪਹਿਲਾ ਹੈਗਾ ਰਿਸਪੈਕਟ ਦਾ ਮਤਲਬ ਹੁੰਦਾ ਹੈ ਕਿਸੇ ਨੂੰ ਸਤਿਕਾਰ ਦੇਣਾ ਇਹ ਤੋਂ ਉਲਟਾ ਆ ਜਾਂਦਾ ਹੈ ਡਿਸਰਿਸਪੈਕਟ ਕਿਸੇ ਦੀ ਬੇਇੱਜ਼ਤੀ ਕਰਨਾ ਕਿਸੇ ਨੂੰ ਇੱਜ਼ਤ ਨਾ ਦੇਣਾ ਜਾਂ ਆਪਾਂ ਕਹਿ ਸਕਦੇ ਹਾਂ ਨਿਰਾਦਰ ਕਰਨਾ ਉਵੇਂ ਹੀ ਅਫੈਕਸ਼ਨ ਪਿਆਰ ਹੇਟਰੇਡ ਜਾਂ ਹੇਟ ਨਫ਼ਰਤ ਕਰਨਾ ਯੂਜੂਅਲ ਆਮ ਜੋ ਹੁੰਦਾ ਹੈ ਅਨਯੂਜੂਅਲ ਕੁਝ ਅਸਧਾਰਨ ਫੋਲੋਡ ਪਿੱਛੇ ਪਿੱਛੇ ਜਾਣਾ ਲੈਡ ਅੱਗੇ ਆਣਾ ਅਗਵਾਈ ਕਰਨਾ ਲੋਨਲੀ ਕੱਲਾ ਕਰਾਊਡਡ ਜਾਂ ਪਪੂਲਸ ਦਾ ਮਤਲਬ ਭੀੜ ਭੜੱਕਾ ਹੋਣਾ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਆਬਾਦੀ ਵਾਲਾ ਏਰੀਆ प्रेजेंस मौजूदगी एब्सेंस गैर हाजिरी मास्टर मालक सर्वेंट नौकर लॉयल्टी वफादारी डिसलॉयल्टी बेवफाई अगे चलते हैं हुण आपां एक्टिविटी दिती हुई है
Look at the following words in the grid. ਇੱਥੇ ਸ਼ਬਦ ਦਿੱਤੇ ਗਏ ਨੇ. Identify the base word. ਇੱਕ base word ਹੋਏਗਾ. And prefixes and suffixes added to them. ਵੀ ਉਹਨਾਂ ਪਿੱਛੇ ਜਾਂ ਅੱਗੇ ਕਿਹੜੇ words ਜੋੜੇ ਗਏ ਨੇ ਤੇ ਨਵਾਂ word ਬਣਾਇਆ ਗਿਆ ਹੈ. Write the base word and the prefix and suffix in the space given below. या space given for each. ਆ ਦੇਖੋ ਆ word ਦਿੱਤੇ ਗਏ ਨੇ. Prefix यानी जो पहला आंदा है जो ਉਹਦੇ ਪਹਿਲੇ कुछ ਲੱਗਿਆ ਹੋਇਆ है. Base word ਇੱਥੇ company ਹੈਗਾ. Suffix ਦਾ ਮਤਲਬ ਜੋ ਉਹਦੇ ਪਿੱਛੇ ਕੁਝ ਲੱਗਿਆ. ਮੈਂ ਤੁਹਾਨੂੰ एग्जांपल ਦਿੰਦੀ ਹਾਂ. ਜਿਵੇਂ ਪਹਿਲਾ ਹੈਗਾ ਇੱਥੇ companion ਜਿਹਦਾ ਮਤਲਬ ਹੁੰਦਾ ਹੈ ਸਾਥੀ. Companion ਇਹ ਅਲੱਗ-ਅਲੱਗ ਨਹੀਂ ਨਾ ਹੋ ਸਕਦੇ. यानी prefix ਕੋਈ ਨਹੀਂ ਹੈ, ਅਗੇਤਰ ਕੋਈ ਨਹੀਂ ਹੈ. ਪਿਛੇਤਰ ਹੋ ਸਕਦਾ ਹੈ. Base word ਜਿਹੜਾ ਹੈਗਾ ਮੂਲ ਸ਼ਬਦ ਉਹ ਹੋ ਗਿਆ company. ION ਪਿੱਛੇ suffix ਲਾਇਆ ਹੋਇਆ. ਉਵੇਂ ਹੀ ਇੱਥੇ ਹੈਗਾ faithful ਜਿਹਦਾ ਮਤਲਬ ਹੁੰਦਾ ਹੈ ਵਫਾਦਾਰ. ਇਹਦਾ base word ਬਣ ਜਾਏਗਾ faith ਤੇ ਇਹਦੇ suffix ਬਣ ਜਾਏਗਾ FUL full. ਠੀਕ ਹੈ. ਉਵੇਂ ਹੀ ਅਗਲਾ word ਹੈਗਾ owner ਜਿਹਦਾ ਮਤਲਬ ਹੁੰਦਾ ਹੈਗਾ ਮਾਲਕ. ਹੁਣ owner ਦੇ ਵਿੱਚ ਫਿਰ ਤੋਂ OWN ਇੱਥੇ ਆ ਗਿਆ ER. ਨੈਕਸਟ adopted ਯਾਨੀ ਅਪਣਾਇਆ. ਹੁਣ ਦੇਖੋ adopted ਦੇ ਵਿੱਚ ਜੇ ਤੁਸੀਂ ਧਿਆਨ ਨਾਲ ਦੇਖੋ ਇੱਕ ਤਾਂ add ਆ ਗਿਆ, ਇਹ ਆ ਗਿਆ ਅਗੇਤਰ, opt ਵਿੱਚ ਵਾਲਾ word ਆ ਗਿਆ ਤੇ ਪਿੱਛੇ ਆ ਗਿਆ ed. ਉਵੇਂ ਹੀ neighborhood ਜਿਹਨੂੰ ਆਪਾਂ ਕਹਿੰਦੇ ਆ ਗਵਾਂਢ, ਇੱਥੇ ਆ ਗਿਆ neighbor, ਪਿੱਛੇ ਆ ਗਿਆ hood. finishing ਜਿਹਦਾ ਮਤਲਬ ਹੁੰਦਾ ਹੈ ਖਤਮ ਕਰਨਾ ਹੈ ਨਾ, ਉਹਨੂੰ ਆਪਾਂ ਤੋੜ ਸਕਦੇ ਆ finish, ਪਿੱਛੇ ਆ ਗਿਆ ing. waiting ਉਡੀਕ ਕਰਨਾ, ਉਵੇਂ ਹੀ wait, ਪਿੱਛੇ ਆ ਗਿਆ ing. ਇਹ company ਇਹਦਾ ਮਤਲਬ ਹੁੰਦਾ ਹੈ ਕਿਸੇ ਨਾਲ ਜਾਣਾ ਹੈ ਨਾ, ਤੇ ਇਹਨੂੰ ਆਪਾਂ ਤੋੜ ਸਕਦੇ ਆ AC ਅੱਗੇ ਆ ਗਿਆ, company ਇੱਥੇ ਆ ਗਿਆ. ਠੀਕ ਹੈ. ਅਗੇਤਰ ਹੋ ਗਿਆ ਤੇ ਨਾਲ ਦੀ ਨਾਲ company ਆ ਗਿਆ word. ਅਗਲਾ followed ਆਪਾਂ ਕਹਿ ਸਕਦੇ ਹਾਂ ਕਿਸੇ ਪਿੱਛੇ ਜਾਣਾ ਹੈ ਨਾ, ਉਹ ਆ ਗਿਆ ਇੱਥੇ follow FOLLOW, ਪਿੱਛੇ ਆ ਗਿਆ ED. ਨੈਕਸਟ ਵਰਡ lonely ਇਹਨੂੰ ਪੰਜਾਬੀ ਚ ਕਿਹਾ ਜਾਂਦਾ ਹੈ ਇਕੱਲਾ, ਤਾਂ ਇੱਥੇ ਆ ਗਿਆ lone LONE ਤੇ ਇੱਥੇ ਆ ਗਿਆ LY. ਨੈਕਸਟ attention ਧਿਆਨ ਦੇਣਾ, ਇੱਥੇ ਆ ਗਿਆ attend, ਇਹ base word ਹੈਗਾ, ਪਿੱਛੇ ਆ ਗਿਆ ION. ਅਗਲਾ EMPLOYEES ਜਿਹਨੂੰ ਆਪਾਂ ਕਹਿੰਦੇ ਆ ਕਰਮਚਾਰੀ, EMPLOY employ, EES ਪਿਛੇਤਰ ਆ ਗਿਆ. ਨੈਕਸਟ ਵਰਡ devoted ਸਮਰਪਿਤ, DE VOTE vote ਅਲੱਗ ਵਰਡ ਹੋ ਗਿਆ, ਪਿੱਛੇ ED ਆ ਗਿਆ. gardener ਮਾਲੀ ਹੋ ਗਿਆ, garden पीछे ER आ गया. preserved सुरक्षित रखना, pre अगेतर, serve base word पीछे आ गया जी ED. next learning to read and comprehend पढ़ना ते समझन दी कोशिश करते हैं. answer the following questions based on the above story. उत्ते जो कहानी हैगी है उन्हां दे आधार ते सवालां दे जवाब देने ने. पहला, who was Hachiko? Hachiko कौन सी? Hachiko was a very faithful and loyal dog. He was a true companion. Hachiko बहुत वफादार ते भरोसेमंद कुत्ता सी ते ओह एक सच्चा साथी भी सी. अगला, what was his breed? उसदी नस्ल केड़ी सी? His breed was Akita. When was Hachiko born? ओदा जन्म कद होया सी? 10th November 1923. Who adopted Hachiko? ਜਿਹੜਾ ਕੁੱਤਾ ਸੀ ਉਸਦਾ ਪਾਲਣ ਪੋਸ਼ਣ ਕਿਸਨੇ ਕੀਤਾ? ਪ੍ਰੋਫੈਸਰ ਹਿੰਸਬਰੋ ਉਨੇਓ adopted him first. ਇਹਨਾਂ ਨੇ ਸਭ ਤੋਂ ਪਹਿਲਾਂ ਉਸ ਨੂੰ ਅਡਾਪਟ ਕੀਤਾ ਸੀ. ਅਗਲਾ, where did Ueno teach? ਉਹ ਕਿੱਥੇ ਪੜ੍ਹਾਉਂਦੇ ਸੀ? Ueno taught in the agricultural department of Tokyo Imperial University. ਇਸ ਯੂਨੀਵਰਸਿਟੀ ਦੇ ਇਸ ਡਿਪਾਰਟਮੈਂਟ ਦੇ ਵਿੱਚ ਉਹ ਪੜ੍ਹਾਉਂਦੇ ਸੀ. What was the routine of
ਇੱਥੇ ਆਏਗਾ ਸਵਾਲ ਪੁੱਛਿਆ ਗਿਆ ਕਿਹਦਾ ਰੂਟੀਨ ਹਾਚੀਕੋ ਦਾ ਰੂਟੀਨ ਪੁੱਛਿਆ ਗਿਆ ਹੈ ਕਿ ਉਹਦਾ ਰੂਟੀਨ ਕੀ ਸੀ every morning ਹਾਚੀਕੋ and ਆਪਾਂ ਕਹਿ ਸਕਦੇ ਆ ਉਨੇਓ every morning they would walk to the Shibuya railway station ਹਰ ਸਵੇਰ ਉਹ ਇਸ railway station ਤੇ ਜਾਂਦੇ ਸੀ at 3 p.m. the professor would return and the dog would go to the railway station to accompany him back home 3 ਵਜੇ ਦੁਪਹਿਰੇ ਪ੍ਰੋਫੈਸਰ ਆਪਣਾ ਕੰਮ ਕਰਕੇ ਵਾਪਸ ਆਉਂਦੇ ਸੀ ਤੇ ਕੁੱਤਾ ਉਹਨਾਂ ਨੂੰ ਰੇਲਵੇ ਸਟੇਸ਼ਨ ਜਾਂਦਾ ਸੀ ਲੈਂਡ ਦੇ ਲਈ ਰਿਸੀਵ ਕਰਨ ਦੇ ਲਈ what happened to the professor one day ਇੱਕ ਦਿਨ ਪ੍ਰੋਫੈਸਰ ਨੂੰ ਕੀ ਹੋਇਆ one day the professor died because of a sudden brain hemorrhage ਬਹੁਤ ਜ਼ਿਆਦਾ ਖੂਨ ਆ ਗਿਆ ਸੀ ਪੜਾਉਂਦੇ ਹੋਏ ਦਿਮਾਗ ਦੇ ਵਿੱਚ ਤੇ ਉੱਥੇ ਹੀ ਉਹਨਾਂ ਦੀ ਮੌਤ ਹੋ ਗਈ ਸੀ what did Hachiko do after Uneo died ਜਦ ਉਹਨਾਂ ਦੀ ਮੌਤ ਹੋ ਗਈ ਤਾਂ ਹਾਚੀਕੋ ਨੇ ਕੀ ਕੀਤਾ he would daily go to the railway station at 3 p.m. to receive his master ਤੇ ਉਹ ਲਗਾਤਾਰ 3 ਵਜੇ ਉਸੇ ਰੂਟੀਨ ਨੂੰ ਫੋਲੋ ਕਰਦਾ ਹੋਇਆ ਰੇਲਵੇ ਸਟੇਸ਼ਨ ਜਾਂਦਾ ਸੀ ਵੀ ਅੱਜ ਤਾਂ ਮੇਰਾ ਮਾਸਟਰ ਆ ਹੀ ਜਾਊਗਾ ਲਗਾਤਾਰ 10 ਸਾਲ ਹੋ ਜਾਂਦਾ ਰਿਹਾ who adopted Hachiko after Uneo died ਜਦ Uneo ਦੀ ਮੌਤ ਹੋ ਗਈ ਤਾਂ ਕਿਸਨੇ ਉਸ ਨੂੰ ਅਡਾਪਟ ਕਰ ਲਿਆ after Uneo died his former gardener Kojaburo Kobayashi adopted him ਉਹਨਾਂ ਦਾ ਪੁਰਾਣਾ ਜਿਹੜਾ ਮਾਲੀ ਸੀ ਉਹਨਾਂ ਨੇ ਅਡਾਪਟ ਕਰ ਲਿਆ ਸੀ ਡੌਗ ਨੂੰ who went to see Hachiko after coming to know about his routine ਜਦ ਇੱਕ ਬੰਦੇ ਨੂੰ ਉਸਦੇ ਰੂਟੀਨ ਦੇ ਬਾਰੇ ਡੌਗ ਦੇ ਰੂਟੀਨ ਦੇ ਬਾਰੇ ਪਤਾ ਲੱਗਿਆ ਤੇ ਕਿਨੇ ਜਾ ਕੇ ਉਹਨੂੰ ਦੇਖਣ ਦੀ ਬਾਰੇ ਸੋਚਿਆ Hirokichi Saito who was an expert on the Akita breed of dogs went to see Hachiko ਇਹ ਜਿਹੜਾ ਸਟੂਡੈਂਟ ਸੀ ਪ੍ਰੋਫੈਸਰ ਦਾ ਪੁਰਾਣਾ ਸਟੂਡੈਂਟ ਉਹਨੇ ਸੋਚਿਆ ਵੀ ਮੈਂ ਇੱਕ ਵਾਰ ਜਾ ਕੇ ਇਸ ਡੌਗ ਨੂੰ ਦੇਖਦਾ ਕਿਉਂਕਿ ਉਸਨੇ ਇਸ ਨਸਲ ਬਾਰੇ ਕਾਫੀ ਉਹ ਮਾਹਿਰ ਸੀ ਪੜ੍ਹਾਈ ਕੀਤੀ ਹੋਈ ਸੀ ਤੇ ਉਹਨੇ ਸੋਚਿਆ ਵੀ ਮੈਂ ਜਾ ਕੇ ਡੌਗ ਨੂੰ ਦੇਖਦਾ ਅਗਲਾ ਚੂਜ਼ ਦ ਰਾਈਟ ਆਨਸਰ ਐਂਡ ਰਾਈਟ ਇਨ ਦ ਗਿਵਨ ਸਪੇਸ ਸਹੀ ਆਨਸਰ ਚੈੱਕ ਕਰਨਾ ਹੈ ਪਹਿਲਾ ਹੈਗਾ ਹਾਚੀਕੋ ਵਾਜ਼ ਅ ਵੈਰੀ ਲਾਇਲ ਜਾਂ ਡਿਸਲਾਇਲ ਡੌਗ ਉਹ ਜਿਹੜਾ ਹਾਚੀਕੋ ਸੀ ਉਹ ਵਫਾਦਾਰ ਸੀ ਜਾਂ ਬੇਵਫਾ ਆਪਾਂ ਕਹਿ ਸਕਦੇ ਹਾਂ ਕੁੱਤਾ ਸੀ ਲਾਇਲ ਸੀ Shibuya is a place near या away from Tokyo. Shibuya Tokyo ਦੇ ਨੇੜੇ ਹੈਗੀ ਹੈ ਜਾਂ ਦੂਰ ਹੈਗੀ ਹੈ ਥਾਂ ਨੇੜੇ ਹੈਗੀ ਹੈ Uneo always came back on the 3 p.m. train ਜਾਂ 4 p.m. train ਉਹ 3 ਵਜੇ ਵਾਲੀ ਟ੍ਰੇਨ 'ਚ ਵਾਪਸ ਆਉਂਦੇ ਸੀ ਪ੍ਰੋਫੈਸਰ ਜਾਂ 4 ਵਜੇ ਵਾਲੀ 3 ਵਜੇ ਵਾਲੀ Hachiko would wait for Uneo at the station ਜਾਂ home ਹਾਚੀਕੋ ਜਿਹੜਾ ਕੁੱਤਾ ਸੀ ਉਹ ਆਪਣੇ ਮਾਸਟਰ ਦੀ ਕਿੱਥੇ ਵੇਟ ਕਰਦਾ ਸੀ ਸਟੇਸ਼ਨ ਤੇ ਜਾਂ ਘਰ ਵਿੱਚ ਸਟੇਸ਼ਨ ਤੇ ਹਾਚੀਕੋ lived for 11 years ਜਾਂ 13 years 11 years ਇੱਕ ਹੋਰ ਐਕਟੀਵਿਟੀ ਦਿੱਤੀ ਗਈ ਹੈ discuss and answer the following questions ਇਹਨਾਂ ਬਾਰੇ ਡਿਸਕਸ ਕਰੋ ਤੇ ਜਵਾਬ ਦਿਓ ਪਹਿਲਾ why did people make statues of Hachiko ਲੋਕਾਂ ਨੇ ਹਾਚੀਕੋ ਦੀਆਂ ਮੂਰਤੀਆਂ ਜਾਂ ਸਟੈਚੂ ਕਿਉਂ ਬਣਾਏ People made statues of Hachiko to make him immortal for his loyalty and faithfulness. ਲੋਕਾਂ ਨੇ ਉਸਦੀ ਜਿਹੜੀ ਵਫਾਦਾਰੀ ਸੀ ਤੇ ਉਸਦਾ ਜਿਹੜਾ ਪਿਆਰ ਸੀ ਆਪਣੇ ਮਾਲਕ ਲਈ ਉਸ ਨੂੰ ਯਾਦਗਾਰ ਬਣਾਉਣਾ ਚਾਹੁੰਦੇ ਸੀ ਅਗਲਾ ਸਵਾਲ Why do you think Saito wiped a tear from his cheek? ਤੁਹਾਨੂੰ ਕਿਉਂ ਲੱਗਦਾ ਹੈ ਕਹਾਣੀ ਪੜ੍ਹ ਕੇ ਵੀ ਜਿਹੜਾ ਸਾਈਟੋ ਸੀ ਉਹਨੇ ਆਪਣੇ ਹੰਝੂ ਜਿਹੜੇ ਸੀ ਉਹ ਪੂੰਝੇ ਸੀ ਦੇਖੋ ਇਹਦਾ ਜਵਾਬ ਮੈਂ ਲਿਖਿਆ ਹੈ Hirokichi Saito, who was an expert on Akita breed of dogs and former student of Professor Uneo. Uneo ਦਾ ਪਹਿਲਾ ਇੱਕ ਜਦ ਪ੍ਰੋਫੈਸਰ ਸੀ ਉਹਨਾਂ ਦਾ ਸਟੂਡੈਂਟ ਸੀ ਉਹ ਸਾਈਟੋ ਤੇ ਉਹਨੂੰ ਬਹੁਤ ਸਾਰੀ ਜਾਣਕਾਰੀ ਸੀ ਅਕੀਤਾ ਬਰੀਡ ਦੀ ਨਸਲ ਬਾਰੇ ਕੁੱਤਿਆਂ ਦੀ ਕਿਉਂਕਿ ਹਾਚੀਕੋ ਉਸੇ ਨਸਲ ਦਾ ਸੀ went to see Hachiko one day at Shibuya station ਤੇ ਉਹਨੇ ਫੈਸਲਾ ਕੀਤਾ ਜਦ ਕਹਾਣੀਆਂ ਸੁਣੀ ਹਾਚੀਕੋ ਦੇ ਬਾਰੇ ਵੀ ਮੈਂ ਵੀ ਉਹਨੂੰ ਦੇਖਣ ਜਾਵਾਂਗਾ ਤੇ ਉਹ ਵੀ ਉਸੇ ਸਟੇਸ਼ਨ ਤੇ ਰੇਲਵੇ ਸਟੇਸ਼ਨ ਉੱਤੇ ਪਹੁੰਚ ਗਿਆ where he found out that Hachiko was still waiting for his master to return ਤੇ ਉੱਥੇ ਸਟੇਸ਼ਨ ਪਹੁੰਚ ਕੇ ਉਹਨੇ ਦੇਖਿਆ ਵੀ ਕੁੱਤਾ ਜਿਹੜਾ ਸੀ ਉਹ ਅਜੇ ਵੀ ਇੰਨੇ ਸਾਲਾਂ ਬਾਅਦ ਵੀ ਆਪਣੇ ਮਾਸਟਰ ਦੀ ਆਪਣੇ ਮਾਲਕ ਦੀ ਉਡੀਕ ਕਰ ਰਿਹਾ ਸੀ ਉੱਥੇ ਬੈਠ ਕੇ
which made Saito wipe a tear from his cheek। ਤੇ ਇਹ ਦੇਖ ਕੇ ਉਹਨੂੰ ਰੋਣਾ ਆ ਗਿਆ ਤੇ ਉਹਨੇ ਆਪਣੇ ਹੰਝੂ ਵੀ ਪੂੰਝੇ। ਤੇ ਇਹ ਸੀਗੀ ਬੇਟਾ ਅੱਜ ਦੀ ਕਲਾਸ। ਹੁਣ ਆਪਾਂ ਅਗਲੀ ਕਲਾਸ ਦੇ ਵਿੱਚ ਲੈਂਗੁਏਜ ਬਾਰੇ ਸਿੱਖਾਂਗੇ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ। Till then, take care. Bye bye.